ਹਮੇਸ਼ਾ ਲੋਕ ਚਾਹੁੰਦੇ ਆ ਕਿ ਉਹ ਆਪਣੇ ਮਨਪਸੰਦ ਸਟਾਰਸ ਦੇ ਬਾਰੇ ਹੋਰ ਜਾਣਨ। ਬਿਲਕੁਲ। ਸੋ ਆਈ ਥਾਟ ਅਗਰ ਜੇ ਮੈਨੂੰ ਇਦਾਂ ਦੀ ਓਪਰਚੁਨਿਟੀ ਮਿਲ ਰਹੀ ਆ ਦੈਨ ਵਾਈ ਨਾਟ, ਔਰ ਇਸ ਤਰ੍ਹਾਂ ਮੈਨੂੰ ਵੀ ਫੈਨਸ ਦੇ ਨਾਲ ਰੂਬਰੂ ਹੋਣ ਦਾ ਹੋਰ ਜ਼ਿਆਦਾ ਮੌਕਾ ਮਿਲੂਗਾ। ਇਟਸ ਅ ਨਿਊ ਪਲੇਟਫਾਰਮ ਫॉर मी। ਇਦਾਂ ਕੁਝ ਵੀ ਨਹੀਂ ਹੈਗਾ, ਕੋਈ ਵੀ ਮੈਂ 100 ਰੁਪਏ ਦਾ ਕੱਪੜਾ ਵੀ ਪਾ ਲੈਂਦੀ ਜੇ ਪਸੰਦ ਆਵੇ, ਜੇ ਪਸੰਦ ਆਵੇ ਮੈਂ ਯੂਜ਼ ਕੀਤਾ ਹੋਇਆ ਕੱਪੜਾ ਵੀ ਪਾ ਲੈਂਦੀ ਆ। ਮੇਰਾ ਇਦਾਂ ਦਾ ਕੋਈ ਹੈਂਗ ਅਪ ਨਹੀਂ ਹੈ। ਯੈਸ ਆਈ ਹੈਵ ਬੌਟ ਕਲੋਥਸ ਵਿਚ ਆਰ ਪ੍ਰੀ ਓਨਡ ਬਾਈ ਸਮਬਡੀ। ਮੈਨੂੰ ਵਿੰਟੇਜ ਕੱਪੜੇ ਵੀ ਬਹੁਤ ਪਸੰਦ ਆ। ਮੈਨੂੰ ਸੜਕ ਦੇ ਕੋਨੇ ਤੋਂ ਵੀ ਕੋਈ ਚੀਜ਼ ਦਿਖੂਗੀ ਜੇ ਮੈਨੂੰ ਸੋਹਣੀ ਲੱਗਦੀ ਆ, ਆਈ ਵਿਲ ਟੇਕ ਇਟ। ਬਟ ਸ਼ੌਕ ਨਹੀਂ ਹੈ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਉੱਥੇ ਧਰਨੇ ਲਾਉਣ, ਬਹਿਣ ਸੜਕਾਂ ਤੇ, ਫਿਰ ਕਲੀਨਿੰਗ ਕਰ ਰਹੇ ਆ, ਲੰਗਰ ਵੀ ਲਾ ਰਹੇ ਆ, ਸੇਵਾ ਵੀ ਕਰ ਰਹੇ ਆ। ਸੋ ਇਟ ਇਜ਼ ਅ ਟਫ ਟਾਈਮ, ਬਟ ਆਈ ਰੀਲੀ ਹੋਪ ਕਿ ਵਨਸ ਐਂਡ ਫॉर ਆਲ ਕਿਸਾਨਾਂ ਨੂੰ ਇਹ ਜਸਟਿਸ ਮਿਲੇ। ਔਰ ਕਾਫੀ ਟਾਈਮ ਤੋਂ ਕਿਸਾਨਾਂ ਲਈ ਬਹੁਤ ਮੁਸ਼ਕਿਲ ਹਾਲਾਤ ਨੇ। ਆਪਾਂ ਹੁਣ ਤਾਂ ਚਲੋ ਇਹ ਹੱਕਾਂ ਦੀ ਗੱਲ ਬਿਲਸ ਦੀ ਆ, ਉਸ ਤੋਂ ਪਹਿਲਾਂ ਵੀ ਦੇयर वर ਸੋ ਮੈਨੀ ਫਾਰਮਰ ਸੁਸਾਈਡਸ, ਔਰ ਇਸ ਬਾਰੇ ਕਦੇ ਖੁੱਲ ਕੇ ਸਾਹਮਣੇ ਚੀਜ਼ਾਂ ਨਹੀਂ ਆਈਆਂ। ਲੈਵਲ ਤੇ ਖੜੇ ਹੋ ਕੇ ਸਪੋਰਟ ਕਰ ਸਕਦੇ ਆ, ਕਰਦੇ ਚਲੋ ਨਹੀਂ ਹੋਈ ਕਈਆਂ ਤੋਂ, ਲੇਕਿਨ ਐਟਲੀਸਟ ਨੈਗੇਟਿਵ ਨਾ ਬੋਲੋ ਕਿਸੇ ਨੂੰ, ਇਹਨਾਂ ਕੋ ਕੀ ਤਾਂ ਬਕਾਊ ਆ ਜਾਂ ਲਾਈਕ ਸੋ ਮੈਨੀ ਥਿੰਗਸ ਜੋ ਕਿ ਬਹੁਤ ਹਰਟਫੁਲ ਆ। ਤੁਹਾਨੂੰ ਕੀ ਪਤਾ ਕਿ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਕੀ ਕਰਦੇ ਆ ਤੇ ਕਿੰਨੀ ਕੀਮਤ ਚੁਕਾ ਰਿਹਾ ਉੱਥੇ ਬੈਠ ਕੇ। ਤੇ ਬਹੁਤ ਸੌਖਾ ਹੈ ਕਹਿਣਾ, ਲੇਕਿਨ ਜਿਹਦੀ ਜ਼ਿੰਦਗੀ ਡਿਪੈਂਡ ਕਰਦੀ ਹੋਵੇ ਨਾ ਉਸ। ਸੋ ਮੇਰੇ ਨਾਲ ਇਸ ਵੇਲੇ ਪੰਜਾਬੀ ਇੰਡਸਟਰੀ ਦੀ ਉਹ ਜੱਟੀ ਮੌਜੂਦ ਹੈ ਜਿਹਦੀ ਚੜਤ ਵੀ ਪੂਰੀ ਹੈ ਔਰ ਮੜਕ ਵੀ ਪੂਰੀ ਹੈ ਤੇ ਬੜਕ ਤਾਂ ਪੂਰੀ ਹੈ ਹੀ ਹੈ। ਬਿਲਕੁਲ ਤੁਸੀਂ ਸਹੀ ਸਮਝੋ, ਸੋਨਮ ਬਾਜਵਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਓਬਵੀਅਸਲੀ ਇਹ ਜੱਟੀ ਦਿਲ ਦੀਆਂ ਗੱਲਾਂ ਕਰਨ ਆ ਰਹੀ ਹੈ ਜ਼ੀ ਟੀਵੀ ਦੇ ਸ਼ੋਅ ਤੇ, ਔਰ ਤੁਹਾਡਾ ਜ਼ੀ ਪੰਜਾਬੀ ਦੇ ਸ਼ੋਅ ਤੇ, ਸੌਰੀ। ਸੋ ਸੋਨਮ, ਵੈਰੀ ਵਾਰਮ ਵੈਲਕਮ ਟੂ ਯੂ। ਔਰ ਸ਼ੋਅ ਦੇ ਲਈ ਬਹੁਤ ਜ਼ਿਆਦਾ ਮੁਬਾਰਕਾਂ ਜਿਹੜਾ ਅੱਜ ਸ਼ੁਰੂ ਹੋਣਾ। ਸੋ ਦਿਲ ਦੀਆਂ ਗੱਲਾਂ ਕਿਹੜੀਆਂ ਦਿਲ ਦੀਆਂ ਗੱਲਾਂ ਸੋਨਮ ਕਢਵਾਉਣ ਵਾਲੀ ਆ ਦੋਸਤੋ, ਇਹ ਦੱਸੋ। ਜਿੰਨੀਆਂ ਹੋ ਸਕਣੀਆਂ ਓਨੀਆਂ ਅਸੀਂ ਕਢਵਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਸ਼ੋਅ ਦਾ ਇਹੀ ਮਕਸਦ ਹੈ ਕਿ ਬਾਕੀ ਉਹ ਗੱਲਾਂ ਅਸੀਂ ਕਰੀਏ ਜੋ ਦਿਲ ਤੋਂ ਆਉਣ। ਨਥਿੰਗ ਸਕ੍ਰਿਪਟਡ ਜਾਂ ਕੁਝ ਵੀ ਬਹੁਤ ਪ੍ਰੀ ਪਲਾਨ ਨਹੀਂ। ਸੋ ਜੋ ਰੀਅਲ ਚੀਜ਼ਾਂ ਨੇ, ਜੋ ਦਿਲ ਦੀਆਂ ਗੱਲਾਂ ਨੇ, ਜੋ ਅਸੀਂ ਮਹਿਸੂਸ ਕਰਦੇ ਹਾਂ, ਜੋ ਵਾਕਈ ਅਸੀਂ ਮੰਨਦੇ ਹਾਂ, ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਮੈਂ ਔਰ ਈਵਨ ਦੂਜੇ ਆਰਟਿਸਟ ਜੋ ਸ਼ੋਅ ਤੇ ਆਉਣਗੇ। ਔਰ ਬਾਕੀ ਉਮੀਦ ਇਹੀ ਆ ਕਿ ਜਿੱਦਾਂ ਹਮੇਸ਼ਾ ਸਾਰਿਆਂ ਨੇ ਪਿਆਰ ਦਿੱਤਾ, ਉਹ ਇਸ ਸ਼ੋਅ ਨੂੰ ਵੀ, ਮੈਨੂੰ ਵੀ ਇਸ ਨਵੇਂ ਵੈਂਚਰ 'ਚ ਸਪੋਰਟ ਕਰਨਗੇ। ਓਬਵੀਅਸਲੀ, ਬਟ ਸੋਨਮ ਜਦੋਂ ਸੁਣਿਆ ਕਿ ਹਾਂ ਸੋਨਮ ਇੱਕ ਟਾਕ ਸ਼ੋਅ ਲੈ ਕੇ ਆ ਰਹੀ ਹੈ ਨਾ, ਔਰ ਉਹਦੇ ਵਿੱਚ ਓਬਵੀਅਸਲੀ ਬਹੁਤ ਸਾਰੇ ਸਟਾਰਸ ਜਿਹੜੇ ਹੈ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਹੈ ਨਾ, ਉਹ ਥੋੜਾ ਜਿਹਾ ਹੋਰ ਫਨ ਲਵਿੰਗ ਜਿਹਾ ਹੋ ਜਾਏਗਾ, ਹੈ ਨਾ, ਕਿ ਤੁਹਾਨੂੰ ਆਲਰੇਡੀ ਥੋੜੇ ਜਿਹੇ ਰਾਜ਼ ਪਤਾ ਹੋਣੇ ਆ ਔਰ ਕਢਵਾਣੇ ਆ। ਬਟ ਕਿਉਂ ਲੱਗਿਆ ਕਿ ਹਾਂ ਹੁਣ ਮੈਨੂੰ ਇੱਕ ਟੀਵੀ ਸ਼ੋਅ ਵੀ ਕਰਨਾ ਚਾਹੀਦਾ ਹੈ, ਮੈਨੂੰ ਟਾਕ ਸ਼ੋਅ ਕਰਨਾ ਚਾਹੀਦਾ? ਐਕਚੁਅਲੀ ਮੈਂ ਇਹ ਸੋਚਿਆ ਨਹੀਂ ਕਿ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਔਰ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਰੂੰਗੀ। ਬਟ ਵੈਨ ਜ਼ੀ ਗੋਟ ਇਨ ਟੱਚ ਵਿਦ ਮੀ, ਜੋ ਉਹਨਾਂ ਦੀ ਸ਼ੋਅ ਦੀ ਫੀਲ ਹੈਗੀ ਆ, ਜਿਸ ਤਰ੍ਹਾਂ ਉਹਨਾਂ ਨੇ ਸੋਚਿਆ ਕਿ ਉਹ ਬਣਾਉਣਗੇ, ਔਰ ਮੈਂ ਇੱਕ ਦਿਨ ਦਾ ਸ਼ੂਟ ਕਰ ਚੁੱਕੀ ਹਾਂ। ਸੋ ਕੰਸੀਡਰਿੰਗ ਆਲ ਆਫ ਦੈਟ, ਮੈਨੂੰ ਲੱਗਿਆ ਕਿ ਵਾਓ ਇਟ ਵਿਲ ਬੀ ਇੰਟਰਸਟਿੰਗ। ਔਰ ਮੇਰੇ ਮੰਮੀ ਪਾਪਾ ਸ਼ਾਮ ਨੂੰ ਬੈਠ ਕੇ ਟੀਵੀ ਦੇਖਦੇ ਆ, ਤੇ ਮੈਂ ਚਾਹੂੰਗੀ ਕਿ ਪਰਿਵਾਰ, ਨਾ ਕਿ ਸਿਰਫ ਮੇਰੇ ਬਲਕਿ ਬਾਕੀ ਸਾਰੇ ਪਰਿਵਾਰ ਸ਼ਾਮ ਨੂੰ ਫੈਮਿਲੀ ਨਾਲ ਬੈਠ ਕੇ ਟੀਵੀ ਦੇਖਣ, ਸ਼ੋਅ ਦੇਖਣ, ਬਿਕਾਜ਼ ਲੋਕੀ ਸਾਨੂੰ ਇੰਨਾ ਪਿਆਰ ਕਰਦੇ ਆ, ਸਾਡੀ ਲਾਈਫ ਬਾਰੇ ਜਾਣਨਾ ਚਾਹੁੰਦੇ ਆ, ਕੁਝ ਫਨ ਮੂਵਮੈਂਟਸ, ਕੁਝ ਮੇਬੀ ਕਿਸੇ ਦੀ ਕੋਈ ਸਟਰਗਲ ਰਹੀ ਹੋਏ ਜਾਂ ਕੁਝ ਵੀ। ਆਈ ਮੀਨ ਹਮੇਸ਼ਾ ਲੋਕ ਚਾਹੁੰਦੇ ਆ ਕਿ ਉਹ ਆਪਣੇ ਮਨਪਸੰਦ ਸਟਾਰਸ ਦੇ ਬਾਰੇ ਹੋਰ ਜਾਣਨ। ਬਿਲਕੁਲ। ਸੋ ਆਈ ਥਾਟ ਅਗਰ ਜੇ ਮੈਨੂੰ ਇਦਾਂ ਦੀ ਓਪਰਚੁਨਿਟੀ ਮਿਲ ਰਹੀ ਆ ਦੈਨ ਵਾਈ ਨਾਟ, ਔਰ ਇਸ ਤਰ੍ਹਾਂ ਮੈਨੂੰ ਵੀ ਫੈਨਸ ਦੇ ਨਾਲ ਰੂਬਰੂ ਹੋਣ ਦਾ ਹੋਰ ਜ਼ਿਆਦਾ ਮੌਕਾ ਮਿਲੂਗਾ। ਇਟਸ ਅ ਨਿਊ ਪਲੇਟਫਾਰਮ ਫॉर मी, ਤੇ ਆਈ ਥਾਟ ਕਿ ਇਟਸ ਅ ਵੈਰੀ ਗੁੱਡ ਓਪਰਚੁਨਿਟੀ। ਓਕੇ, ਸੋ ਓਬਵੀਅਸਲੀ ਤੁਸੀਂ ਕਿਹਾ ਕਿ ਬਹੁਤ ਸਾਰੇ ਜਿਹੜੇ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਹੋਣਗੀਆਂ, ਤੁਹਾਡੇ ਦਿਲ ਦੀਆਂ ਗੱਲਾਂ ਹੋਣਗੀਆਂ ਨਾ, ਆਡੀਅנס ਤੱਕ ਪਹੁੰਚੇਗੀ, ਔਰ ਇੱਕ ਆਡੀਅנס ਨੂੰ ਇਹ ਵੀ ਰਹੇਗਾ ਕਿ ਅੱਛਾ ਸੋਨਮ ਹੈ, ਤੇ ਓਬਵੀਅਸਲੀ ਕੁਝ ਕ੍ਰਿਸਪੀ ਜਿਹਾ ਪੁੱਛਣਗੇ। ਸੋ ਇਹ ਚੀਜ਼ਾਂ ਹੋਣ ਵਾਲੀਆਂ ਕਿ ਫਿਲਟਰ ਨਾਲ ਚੱਲੂਗਾ ਸਭ ਕੁਝ? ਨਹੀਂ, ਆਈ ਥਿੰਕ ਯੂ ਵੇਟ ਕਿ ਜਦੋਂ ਤੱਕ ਸ਼ੋਅ ਆਉਂਦਾ ਫਿਰ ਤੁਸੀਂ ਦੱਸਿਓ ਕਿ ਕਿੰਨਾ ਫਿਲਟਰ ਸੀਗਾ, ਕਿੰਨਾ ਕੁ ਨਹੀਂ ਸੀਗਾ। ਬਟ ਸੀ ਡੈਫੀਨੇਟਲੀ ਜਿੱਦਾਂ ਮੈਂ ਅਗਰ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸ਼ੋਅ ਦੇਖ ਰਹੀ ਹਾਂ, ਮੇਰੇ ਮਾਈਂਡ 'ਚ ਬਸ ਉਹੀ ਆ ਕਿ ਜੇ ਮੇਰੇ ਮੰਮੀ ਪਾਪਾ ਬੈਠੇ ਆ ਤਾਂ ਮੇਰਾ ਟਾਰਗੇਟ ਇਹੀ ਆ ਕਿ ਅਫਕੋਰਸ ਅਸੀਂ ਫਨ ਵੀ ਕਰੀਏ, ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਪਾਂ ਫਨ ਵੀ ਕਰਦੇ ਆ, ਬਟ ਆਪਾਂ ਉਹ ਵੀ ਗੱਲਾਂ ਕਰਦੇ ਆ ਜਿਨ੍ਹਾਂ 'ਚ ਕੋਈ ਸੈਂਸ ਹੁੰਦਾ ਆ। ਤੇ ਬਟ ਮਤਲਬ ਕੋਈ ਵੀ, ਮੈਂ ਉਹੀ ਕਹਿ ਰਹੀ ਹਾਂ ਕਿ ਵਾਈ ਆਈ ਲਾਈਕ ਦਿਸ, ਬਿਕਾਜ਼ ਇੱਦਾਂ ਕੋਈ ਫਿਕਸਡ ਉਹ ਨਹੀਂ ਹੈਗਾ ਕਿ ਆਪਾਂ ਤਾਂ ਬਸ ਆਹੀ ਕਰਨਾ, ਇੱਥੋਂ ਤੱਕ ਜਾਣਾ। ਨੋ, we are trying to keep it very real, as real as possible,
ਐਂਡ ਉਹ ਹੁਣ ਆਡੀਅנס ਤੱਕ ਡਿਸਾਈਡ ਕਰਨਾ ਬਟ ਡੈਫੀਨਿਟਲੀ ਮੇਰਾ ਔਰ ਚੈਨਲ ਦਾ ਇਹ ਇੰਟੈਂਸ਼ਨ ਹੈ ਕਿ ਆਪਾਂ ਇੱਕ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਅ ਫਨ ਚੈਟ ਸ਼ੋ ਜਿੱਥੇ ਆਪਾਂ ਨੂੰ ਲੋਕਾਂ ਬਾਰੇ ਆਪਣੇ ਫੇਵਰਿਟ ਸੈਲੀਬ੍ਰਿਟੀਜ਼ ਬਾਰੇ ਜਾਣਨ ਦਾ ਵੀ ਮੌਕਾ ਮਿਲੇ ਔਰ ਆਪਾਂ ਇੰਜੋਏ ਵੀ ਕਰੀਏ ਸੋ ਦੈਟਸ ਵਾਟ ਇਜ਼ ਔਨ ਆਰ ਮਾਈਂਡ ਓਕੇ ਇੱਕ ਕੰਪਲੀਮੈਂਟ ਹੈ ਸਟਾਰਟਿੰਗ 'ਚ ਦੇਣਾ ਚਾਹੁੰਦੀ ਸੀ ਬਟ ਹੁਣ ਦੇ ਰਹੀ ਹਾਂ ਕਿਉਂਕਿ ਅਸੀਂ ਦੇਖ ਰਹੇ ਹਾਂ ਨਾ ਦਿਨ ਪਰ ਦਿਨ ਸੋਨਮ ਫਿਟ ਇੰਨਾ ਹੋ ਰਿਹਾ ਹੈ ਕਿ ਮਤਲਬ ਕੋਈ ਇਮੇਜਿਨ ਹੀ ਨਹੀਂ ਕਰ ਸਕਦਾ ਯਾਰ ਇਹ ਬੋਲ ਕੇ ਮੈਨੂੰ ਇੰਨਾ ਪ੍ਰੈਸ਼ਰ ਚ ਪਾ ਦਿੰਦਾ ਮੈਂ ਬਟ ਹੁਣੇ ਕਹਿ ਕੇ ਹਟੀਆਂ ਮੇਰੀ ਗੱਲ ਸੁਣੋ ਮੈਂ ਵੀ ਤੁਹਾਡੇ ਵਰਗੀ ਹਾਂ देयर आर डेज आई फील लाइक शिट देयर आर डेज आई फील लाइक क्वीन एंड आई थिंक दैट्स पार्ट ऑफ लाइफ इट्स ओके ਮੈਨੂੰ ਵੀ ਕਦੇ ਲੱਗਦਾ शिट यार ਮੇਰਾ ਫੇਸ ਮੋਟਾ ਹੋ ਗਿਆ ਮੇਰੀ ਬਾਡੀ ਮੋਟੀ ਹੋ ਗਈ ਸੋ ਮੈਨੂੰ ਵੀ ਕਨਸਟੈਂਟਲੀ ਮੈਂ ਇਸ ਦੌਰ ਤੋਂ ਗੁਜ਼ਰਦੀ ਹਾਂ ਔਰ ਕਈ ਇਦਾਂ ਦੇ ਦਿਨ ਜਾਂਦੇ ਆ ਜਿੱਦਣ ਮੈਂ ਰੋ ਵੀ ਪੈਂਦੀ ਆ ਕਿ ਮੈਂ ਕਿਉਂ ਜਿਮ ਨਹੀਂ ਜਾ ਰਹੀ ਆ ਮੈਂ ਕਿਉਂ ਸਵੇਰੇ ਨਹੀਂ ਉੱਠੀ ਆ ਮੈਂ ਇਦਾਂ ਕਿਉਂ ਨਹੀਂ ਕਰ ਰਹੀ ਮੈਂ ਸੋ ਇਹ ਐਂਡ ਆਮ ਸ਼ੋਰ ਇਹ ਚੀਜ਼ਾਂ ਬਹੁਤ ਲੋਕਾਂ ਨਾਲ ਹੁੰਦੀਆਂ ਤੁਹਾਨੂੰ ਵੀ ਹੁੰਦਾ ਹੋਣਾ ਕਿ ਯਾਰ ਆਈ ਵਾਂਟ ਟੂ ਗੋ ਟੂ ਦ ਜਿਮ ਬਟ ਯੂ ਡਿਡਨਟ ਸੋ ਇਹ ਜੋ ਜਦੋਜਹਿਦ ਹੈ ਜਾਂ ਜੋ ਪ੍ਰੋਸੈਸ ਆ ਨਾ ਮੈਨੂੰ ਲੱਗਦਾ ਇਹ ਲਾਈਫ ਲੌਂਗ ਆ ਬਿਕਾਜ਼ ਨਨ ਆਫ ਅਸ ਆ ਪਰਫੈਕਟ ਇਹ ਸਾਰਾ ਦਾ ਪਿਆਰ ਆ ਤੇ people loved me even when I was chubby people loved me when I was bloated so people love me when I'm okay तो बस ਇਹ ਪਿਆਰ ਬਣਿਆ ਰਹਿਣਾ ਚਾਹੀਦਾ ਔਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਰਹੂੰਗੀ ਕਿ ਮੈਂ ਫਿਟ ਰਵਾਂ ਕਿਉਂਕਿ ਉਹ ਮੈਂਟਲੀ ਵੀ ਬਹੁਤ ਜ਼ਰੂਰੀ ਆ ਆਈ ਥਿੰਕ ਇਟਸ ਗੁੱਡ ਕਿ ਆਪਾਂ ਸਾਰੇ ਜਣੇ ਜੇ ਕਿਸੇ ਸਪੋਰਟ ਨੂੰ ਜਾਂ ਕਿਸੇ ਵੀ ਇੱਕ ਐਕਟੀਵਿਟੀ ਨੂੰ ਫਿਜ਼ੀਕਲ ਐਕਟੀਵਿਟੀ ਨੂੰ ਐਟਲੀਸਟ 30 ਮਿੰਟਸ ਦਈਏ ਆਪਣੇ ਬੱਚਿਆਂ ਨੂੰ ਜਿਹੜੇ ਹੈਗੇ ਆ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਸਿਖਾਈਏ ਉਹ ਕਲਚਰ ਕਿ ਸਪੋਰਟਸ ਇਜ਼ ਵੈਰੀ ਇੰਪੋਰਟੈਂਟ ਸਮ ਕਾਈਂਡ ਆਫ ਹੌਬੀ ਇਜ਼ ਵੈਰੀ ਇੰਪੋਰਟੈਂਟ ਚਾਹੇ ਉਹ ਸਿੰਗਿੰਗ ਹੋਵੇ ਡਾਂਸਿੰਗ ਹੋਵੇ ਤੇ ਬੰਦਾ ਫਿਟ ਵੀ ਰਹਿੰਦਾ ਆ ਯੂ ਨੋ ਇਟ ਮੇਕਸ ਯੂ ਫੀਲ ਗੁੱਡ ਸੋ ਆਈ ਥਿੰਕ ਉਹ ਚੀਜ਼ਾਂ ਜ਼ਰੂਰੀ ਉਹ ਮੈਂ ਆਪਣੇ ਆਪ ਨੂੰ ਵੀ ਸਿਖਾ ਰਹੀ ਹਾਂ ਕਿ ਕੁਛ ਤਾਂ ਮੈਂ ਕਰਾਂ ਪਰ ਇਦਾਂ ਦੇ ਦਿਨ ਵੀ ਜਾਂਦੇ ਆ ਜਿੱਦਣ ਮੈਂ ਕੁਛ ਨਹੀਂ ਕਰਦੀ ਬਹੁਤ ਰੀਸੈਂਟਲੀ ਹੋਇਆ ਆ 4 ਦਿਨ ਪਹਿਲਾਂ ਦੀ ਗੱਲ ਆ ਕਿ ਮੈਂ ਜਿਮ ਗਈ ਆ ਬਹੁਤ ਦਿਨਾਂ ਬਾਅਦ ਅਦਰਵਾਈਜ਼ ਮੈਂ ਘਰੇ ਹੀ ਵਰਕਆਊਟ ਕਰ ਰਹੀ ਸੀ ਬਿਲਕੁਲ ਮੈਂ ਦੇਖਿਆ ਸੀ ਤੇ ਪਹਿਲੇ ਦਿਨ ਜਿਮ ਗਈ ਐਂਡ ਯੂ نو ਬਿਕਾਜ਼ ਕੰਮ ਨੂੰ ਲੈ ਕੇ ਬਹੁਤ ਸਟ੍ਰੈਸ ਚੱਲ ਰਿਹਾ ਸੀ ਐਂਡ ਆਲ ਆਫ ਦੈਟ ਤੇ ਮੈਂ ਜਿਮ ਦੇ ਥੱਲੇ ਤੱਕ ਗਈ ਔਰ ਮੈਂ ਫੋਨ ਤੇ ਲੱਗੀ ਹੋਈ ਹਾਂ ਬਿਕਾਜ਼ ਦੇयर वर ਸੋ ਮੈਨੀ ਕਾਲਸ ਕਦੀ ਕੋਈ ਕਾਲ ਕਰ ਰਿਹਾ ਕਦੀ ਮੈਨੇਜਰ ਕਾਲ ਕਰ ਰਿਹਾ ਕਦੀ ਇਹ ਕਾਲ ਉਹ I got so irritated, so frustrated और तक उन्नी पूरी मोटिवेशन चली गई थल्ले ही गोलगप्पे वाला खाना Oh God! Seriously, guys? I had golgappe, I had sev puri, and I ate and I came back home. So imagine करो कि मैं भी ਤੁਹਾਡੀ ਵਰਗੀ ਹਾਂ ਮੈਂ ਬਹੁਤ ਪਲਾਨਸ ਬਣਾਉਂਦੀ ਹਾਂ ਬਟ ਸਾਰੇ ਨਹੀਂ ਪੂਰੇ ਹੋ ਪਾਉਂਦੇ ਬਟ ਠੀਕ ਆ ਕੋਈ ਨਹੀਂ ਇਹਦਾ ਹੀ ਨਾਮ ਜ਼ਿੰਦਗੀ ਆ ਆਪਾਂ ਸਾਰੇ ਸਿੱਖਦੇ ਆ ਕਦੇ ਕਦੇ ਠੀਕ ਆ ਇੰਪਰਫੈਕਟ ਹੋਣਾ ਵੀ ਠੀਕ ਆ ਬਟ ਲੋਕਡਾਊਨ ਵਿੱਚ ਮੈਂ ਦੇਖਿਆ ਸੀਗਾ ਕਿ ਤੁਸੀਂ ਆਪ ਤਾਂ ਵਰਕਆਊਟ ਕਰਦੇ ਸੀ ਤੁਹਾਡਾ ਡੌਗ ਬਹੁਤ ਪਿਆਰਾ ਹੈ ਉਹ ਵੀ ਨਾਲ ਜ਼ਰੂਰ ਆ ਜਾਂਦਾ ਸੀਗਾ ਹੈ ਨਾ ਸੋ ਉਹ ਅੱਛਾ ਸੀਗਾ ਇਹ ਕਾਬਿਲੇ ਤਾਰੀਫ ਗੱਲ ਹੈ ਕਿ ਜਿਹੜਾ ਮੇਰਾ ਪੈਟ ਆ ਮਾਈ ਲਵ ਆਫ ਮਾਈ ਲਾਈਫ ਸਿੰਬਾ ਉਹ ਬਹੁਤ ਐਕਟਿਵ ਡੌਗ ਆ ਔਰ ਉਹਦੇ ਕਰਕੇ ਆਈ ਥਿੰਕ ਲੋਕਡਾਊਨ 'ਚ ਆਈ ਵਾਜ਼ ਈਵਨ ਮੋਰ ਮੋਟੀਵੇਟਡ ਬਿਕਾਜ਼ ਮੈਂ ਹੁਣ ਓਬਵੀਅਸਲੀ ਜਿਮਸ ਨਹੀਂ ਖੁੱਲੇ ਸੀਗੇ ਜਾ ਨਹੀਂ ਸਕਦੇ ਸੀ ਸੋ ਮੈਂ ਸੀੜੀਆਂ 15-16 ਫਲੋਰ ਥੱਲੇ ਉਤਰਨੇ 15-16 ਫਲੋਰ ਉਹ ਮੇਰੇ ਨਾਲ ਕੰਪਨੀ ਬਰਾਬਰ ਦਿੰਦਾ ਸੀਗਾ ਉਹਦੇ ਨਾਲ ਮੈਂ ਵਾਕਸ ਤੇ ਜਾਣਾ ਉਹਦੇ ਨਾਲ ਖੇਡਣਾ ਰਨਿੰਗ ਕਰਨੀ ਸੋ ਹੀ ਵਾਜ਼ ਲਾਈਕ ਵਨ ਆਫ the best workout partners I've ever had ਤੇ ਉਹਦੇ ਕਰਕੇ ਵੀ you know I think ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ other than just the fitness I think ਫੋਨ ਸਾਈਡ ਤੇ ਕਰਕੇ just ਉਹਦੇ ਨਾਲ ਖੇਲਣਾ ਉਹਨੂੰ ਦੇਖਣਾ ਉਹ ਇੱਕ ਅਲੱਗ ਹੀ ਐਕਸਪੀਰੀਅੰਸ ਆ ਓਕੇ ਸੋ ਸੋਨਮ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗੀ 5 ਕੁਐਸਚਨਸ ਆ ਰੈਪਿਡ ਫਾਇਰ ਹੈ ਤੁਸੀਂ ਫਟਾਫਟ ਉਹਦੇ ਆਨਸਰ ਕਰਨੇ ਹੋ ਜਿੰਨੀ ਜਲਦੀ ਕਰੋਗੇ ਉਨੀ ਜਲਦੀ ਤੁਸੀਂ ਫ੍ਰੀ ਹੋ ਜਾਓਗੇ ਓਕੇ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਵਾਟ ਇਜ਼ ਯੋਰ ਬਿਗੇਸਟ ਐਡਿਕਸ਼ਨ ਸ਼ਾਪਿੰਗ okay so next ਇਹਦੇ ਨਾਲ ਹੀ ਜੁੜਿਆ ਹੋਇਆ ਹੈ what brand do you shop at the most ਮੈਂ ਇਦਾਂ ਕੁਝ ਵੀ ਨਹੀਂ ਹੈਗਾ ਕੋਈ ਵੀ ਮੈਂ 100 ਰੁਪਏ ਦਾ ਕੱਪੜਾ ਵੀ ਪਾ ਲੈਂਦੀ ਜੇ ਪਸੰਦ ਆਵੇ ਮੈਂ ਯੂਜ਼ ਕੀਤਾ ਹੋਇਆ ਕੱਪੜਾ ਵੀ ਪਾ ਲੈਂਦੀ ਆ ਮੇਰਾ ਇਦਾਂ ਦਾ ਕੋਈ ਹੈ ਨਹੀਂ Seriously, Sonam? yes I Okay. have bought clothes which Wow. are pre-owned by somebody Okay. ਮੈਨੂੰ ਵਿੰਟੇਜ ਕੱਪੜੇ ਵੀ ਬਹੁਤ ਪਸੰਦ ਆ ਮੈਨੂੰ ਸੜਕ ਦੇ ਕੋਨੇ ਤੋਂ ਵੀ ਕੋਈ ਚੀਜ਼ ਦਿਖੂਗੀ ਜੇ ਮੈਨੂੰ ਸੋਹਣੀ ਲੱਗਦੀ ਆ I will take it but ਹਾਂ ਕਦੇ ਕਦੇ ਮੈਨੂੰ ਕੁਝ ਲਗਜ਼ਰੀ ਬ੍ਰਾਂਡਸ ਹੀ ਪਸੰਦ ਆ ਸੋ ਇਹ ਮਿਕਸ ਆ ਮੈਨੂੰ ਬਸ ਮੈਂ ਐਡਿਕਟਡ ਆ ਸ਼ਾਪਿੰਗ ਦੇ ਪ੍ਰੋਬਲਮ ਮੇਰੀ ਉਹੀ ਆ ਲਾਈਫ okay so what is your least favorite beverage ਮਿਲਕ ओके वो चलो ठीक है ओके सो किसी आइलैंड ते जे आइसोलेट होना चाहो ते वो केड़ा आइलैंड होवेगा ਕਿਹੜਾ ਆਈਲੈਂਡ ਤੇ ਫਿਰ ਮਤਲਬ ਆਈਲੈਂਡ ਤੇ ਫਿਰ ਆਈਲੈਂਡ ਵਰਗਾ ਹੀ ਹੁੰਦਾ ਤੁਸੀਂ ਮਤਲਬ ਕਿਹਦੇ ਨਾਲ ਹੋਣਾ ਚਾਹੋਗੇ ਓਕੇ ਇਹ ਦੱਸ ਦੋ ਓਕੇ ਠੀਕ ਹੈ ਇਹ ਦੱਸ ਦੋ ਕੰਪਨੀ ਦੱਸ ਦੋ
ਕੰਪਨੀ ਯਾਰ ਉਹ ਹੈਗੇ ਇੱਕ ਦੋ ਲੋਕ, ਜਰਾ Okay. ਦੱਸਾਂਗੀ। ਓਕੇ ਠੀਕ, ਆਫ ਦ ਕੈਮਰਾ ਸੇ ਪੁੱਛ ਲਾਂਗੇ। ਇੱਕ ਉਹਨਾਂ ਚ ਆਫ ਕੋਰਸ ਮੇਰਾ ਸਿੰਬਾ ਆ, ਵਾਓ ਸੋ ਸਿੰਬਾ ਹੈਜ਼ ਟੂ ਬੀ, ਸਿੰਬਾ ਤਾਂ ਮੇਰਾ ਬੱਚਾ ਹੈ ਨਾ, ਸੋ ਆਈ ਵਾਂਟ ਹਿਮ देयर ਫॉर श्योर। ਓਕੇ ਸੋ ਲਾਸਟ ਹੈ, ਲਾਸਟ ਟਾਈਮ ਹਾਰਟ ਬ੍ਰੇਕ ਕਦੋਂ ਹੋਇਆ ਸੀ? 2017। ਓਕੇ ਹੁਣ ਡਿਟੇਲਸ ਨਾ ਪੁੱਛੋ, ਦੇਖੋ ਓਨੈਸਟਲੀ ਦੱਸਦਾ ਕਦੋਂ ਹੋਇਆ ਸੀ, 2017। ਚਲੋ ਦੁਬਾਰਾ ਤਾਂ ਨਹੀਂ ਪਲਾਨ? ਨਹੀਂ ਨਹੀਂ ਨਹੀਂ, ਕੋਈ ਪਲਾਨ ਨਹੀਂ ਹੈ, ਰੱਬ ਕਰੇ ਤਾਂ ਹੋਵੇ ਵੀ ਨਾ। ਨਹੀਂ ਹਾਰਟ ਬ੍ਰੇਕ ਦਾ ਨਹੀਂ, ਚਲੋ ਜਦੋਂ ਟਾਈਮ ਆਵੇ ਉਦੋਂ ਦਿਲ ਮਿਲ ਜਾਣ ਹੈ ਨਾ, ਔਰ ਵਧੀਆ ਤਰੀਕੇ ਨਾਲ ਸਭ ਚੱਲੇ। ਸੋ ਇਹਨੂੰ ਜਲਦੀ ਜਲਦੀ ਨਾ ਆਪਾਂ ਪੈਕਅਪ ਕਰਦੇ, ਬਿਕੋਜ਼ ਆਈ ਨੋ ਕਿ ਤੁਹਾਨੂੰ ਰਸ਼ ਤੁਸੀਂ ਜਾਣਾ ਆਈ ਹੈ। ਹੈਵ ਟੂ ਗੋ ਟੂ ਦੀ 에ਅਰਪੋਰਟ। ਰਾਈਟ ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਅਸੀਂ ਤੁਹਾਡੀ ਇਵਨ ਤੁਹਾਡਾ ਪੂਰਾ ਸੋਸ਼ਲ ਹੈਂਡਲ ਇਸ ਵੇਲੇ ਤੁਸੀਂ ਫਾਰਮਰਸ ਦੇ ਜਿਹੜੇ ਪ੍ਰੋਟੈਸਟ ਦੀ ਸਪੋਰਟ ਕਰ ਰਹੇ ਹੋ ਫੁੱਲ ਹੈ ਨਾ, ਔਰ ਕਿਉਂਕਿ ਬੀਇੰਗ ਅ ਪੰਜਾਬੀ ਉਹ ਸਾਰਿਆਂ ਦਾ ਇੱਕ ਫਰਜ਼ ਹੈ ਔਰ ਤੁਸੀਂ ਉਹ ਨਿਭਾ ਵੀ ਰਹੇ ਹੋ। ਸੋ ਤੁਸੀਂ ਕੀ, ਤੁਹਾਡਾ ਕੀ ਟੇਕ ਹੈ ਇਸ ਚੀਜ਼ ਤੇ ਸੋਨਮ? ਇੰਨੇ ਦਿਨ ਹੋ ਗਏ, ਇੰਨੇ ਪੋਹ ਦਾ ਮਹੀਨਾ ਚੱਲ ਰਿਹਾ ਹੈ, ਸਾਡੇ ਇੰਨੇ ਬਜ਼ੁਰਗ ਬੱਚੇ ਚਾਹੇ ਨੌਜਵਾਨ ਬੀਬੀਆਂ ਹੋਣ ਜਾਂ ਜੋ ਵੀ ਹੋਣ ਹੈ ਨਾ, ਸਾਰੇ ਉੱਥੇ ਬੈਠੇ ਹੋਏ ਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਸਭ ਤੋਂ ਪਹਿਲੀ ਗੱਲ ਤੇ ਇਹ ਕਿ ਅੱਜ ਮੇਰੇ ਦਾਦਾ ਦਾਦੀ ਜੀ ਨਹੀਂ ਹੈਗੇ, ਲੇਕਿਨ ਜੇ ਉਹ ਹੁੰਦੇ, ਮੈਂ ਵਾਕਈ ਕਹਿ ਰਹੀ ਹਾਂ, ਉਹਨਾਂ ਨੇ ਉੱਥੇ ਹੋਣਾ ਸੀਗਾ। ਤੇ ਕਿਉਂਕਿ ਮੇਰੇ ਦਾਦਾ ਜੀ ਨੇ ਪੂਰੀ ਜ਼ਿੰਦਗੀ ਖੇਤੀ ਕੀਤੀ ਆ, ਉਹ ਉਹਨਾਂ ਦਾ ਪੈਸ਼ਨ ਸੀਗਾ। ਉਹਨਾਂ ਦੇ ਬੱਚੇ ਜਦੋਂ ਵੱਡੇ ਹੋ ਗਏ, ਕਮਾਉਣ ਲੱਗ ਪਏ, ਨੌਕਰੀਆਂ ਕਰਨ ਲੱਗ ਪਏ, ਬਟ ਮੇਰੇ ਦਾਦਾ ਜੀ ਦਾ ਜਿਹੜਾ ਦਿਲ ਸੀਗਾ ਉਹ ਜ਼ਮੀਨ ਖੇਤੀ ਦੇ ਵਿੱਚ ਹੀ ਸੀਗਾ, ਔਰ ਉਹ ਮੈਂ ਜ਼ਿੰਦਗੀ ਦੇਖੀ ਹੋਈ ਆ ਉਹਨਾਂ ਦੀ। ਸੋ ਔਰ ਮੈਂ ਦੇਖੀ ਕਿ ਕਿਸਾਨ ਵਾਕਈ ਕਿੰਨਾ ਹਾਲਾਤਾਂ ਨਾਲ ਗੁਜ਼ਰਦੇ, ਔਰ ਮੈਂ ਕਿਉਂਕਿ ਰਹੀ ਹੋਈ ਹਾਂ ਪਿੰਡਾਂ 'ਚ, ਮੇਰੇ ਦਾਦਾ ਜੀ ਨੇ ਖੇਤੀ ਕੀਤੀ ਆ, ਮੈਂ ਉੱਥੇ ਹੀ ਜੰਮੀ ਪਲੀ ਹਾਂ, ਮੈਂ ਦੇਖਿਆ ਹੈ। ਸੋ ਆਈ ਨੋ ਦ ਕਾਈਂਡ ਆਫ ਸਟਰਗਲ ਦੇ ਹੈਵ ਔਨ ਡੇ ਟੂ ਡੇ ਬੇਸਿਸ। ਔਰ ਇਸ ਪੂਰੇ ਮੁਹਿੰਮ ਦੌਰਾ ਜੋ ਚੱਲ ਰਿਹਾ, ਮੈਂ ਸੋਚਦੀ ਹਾਂ ਕਿ ਇੰਨਾ ਕੁਛ ਆ ਕਹਿਣ ਨੂੰ, ਔਰ ਇੰਨਾ ਕੁਛ ਆ ਜੋ ਮਹਿਸੂਸ ਕੀਤਾ ਆ, ਵਿਚ ਇਜ਼ ਵੈਰੀ ਡਿਫਿਕਲਟ ਟੂ ਪੁੱਟ ਇਟ ਇਨ ਵਰਡਸ, ਬਟ ਮੈਂ ਪੂਰੇ ਦਿਲੋਂ ਜਾਨ ਤੋਂ ਇਹ ਉਮੀਦ ਕਰਦੀ ਹਾਂ, ਪ੍ਰੇਅਰ ਕਰਦੀ ਹਾਂ ਕਿ ਜਿਹੜੇ ਕਿਸਾਨ ਉੱਥੇ ਬੈਠੇ, ਆਫ ਕੋਰਸ ਕੋਈ ਸ਼ੌਕ ਨੂੰ ਨਹੀਂ ਬੈਠਾ, ਕਿਸੇ ਲਈ ਮਜ਼ਾਕ ਜਾਂ ਇੱਕ ਕੈਜੂਅਲ ਨਹੀਂ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਰੋਜ਼ਗਾਰ, ਉਹਨਾਂ ਦੇ ਜਿਹਨੂੰ ਕਹੀਦਾ ਨਾ ਐਗਜ਼ਿਸਟੈਂਸ ਬਾਰੇ ਇਹ ਗੱਲ ਆ। ਐਂਡ ਆਈ ਰੀਅਲੀ ਹੋਪ ਕਿ ਗਵਰਨਮੈਂਟ ਤੇ ਜੋ ਕਿਸਾਨ ਆ ਇੱਕ ਇੱਕ ਨਤੀਜੇ ਤੇ ਪਹੁੰਚਣ ਜੋ ਕਿ ਕਿਸਾਨਾਂ ਦੇ ਹੱਕ ਲਈ ਹੋਵੇ, ਔਰ ਕਿਸਾਨਾਂ ਦੀ ਗੱਲ ਆ, ਉਹਨਾਂ ਦੀ ਜ਼ਿੰਦਗੀ ਬਾਰੇ ਆ। ਜਦੋਂ ਆਪਾਂ ਨੂੰ ਕੋਈ ਕਰੀਅਰ ਚੂਜ਼ ਕਰਨਾ ਹੁੰਦਾ, ਆਪਾਂ ਕਿੱਦਾਂ ਕਰਨਾ, ਕੀ ਕਰਨਾ, ਸਲਾਹਕਾਰ ਹੁੰਦੇ ਆ, ਬਟ ਸਾਨੂੰ ਹੱਕ ਹੁੰਦਾ ਡਿਸਾਈਡ ਕਰਨ ਦਾ। ਸੋ ਆਈ ਰੀਅਲੀ ਹੋਪ ਕਿ ਕਿਸਾਨਾਂ ਦੇ ਵੀ ਜੇ ਹੱਕ 'ਚ ਚੀਜ਼ਾਂ ਨੇ ਜਾਂ ਜੋ ਵੀ ਆ, ਉਹਨਾਂ ਨੂੰ ਡਿਸਾਈਡ ਕਰਨਾ ਦਾ ਪੂਰਾ ਹੱਕ ਹੋਣਾ ਚਾਹੀਦਾ, ਆਪਣੀ ਗੱਲ, ਆਪਣਾ ਪਕਸ਼ ਰੱਖਣ ਦਾ ਵੀ ਪੂਰਾ ਹੋਣਾ ਚਾਹੀਦਾ, ਔਰ ਗਵਰਨਮੈਂਟ ਨੂੰ, ਸਾਡੀ ਜਿਹੜਾ ਪ੍ਰਸ਼ਾਸਨ ਉਹਨੂੰ ਵੀ ਇਹ ਗੱਲ ਸਮਝਣੀ ਚਾਹੀਦੀ, ਇਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ। ਐਂਡ ਆਈ ਵਿਦ ਆਲ ਮਾਈ ਹਾਰਟ ਆਈ ਪ੍ਰੇ ਕਿ ਇਹ ਚੀਜ਼ ਬਹੁਤ ਜਲਦੀ ਸੋਲਵ ਹੋਏ, ਕਿ ਐਟਲੀਸਟ ਨਿਊ ਈਅਰਸ ਉਹ ਪਰਿਵਾਰ ਆਪਣੇ ਘਰ ਆ ਕੇ ਉਹਨਾਂ ਨੇ ਦੀਵਾਲੀ ਉੱਥੇ ਮਨਾਈ ਆ। ਐਂਡ ਇੱਕ ਦਿਨ ਸਾਨੂੰ 2-4 ਦਿਨ ਠੰਡ 'ਚ ਸ਼ੂਟ ਬਾਹਰ ਕਰਨਾ ਪਿਆ, ਮੇਰਾ ਸਿਰ ਦੁਖ ਰਿਹਾ ਸੀ, ਐਂਡ ਮੈਂ ਕੱਲ ਵੀ ਸ਼ੂਟ ਕੀਤਾ ਪੂਰੇ ਠੰਡ ਵਿੱਚ ਐਂਡ ਆਈ ਵਾਸ ਲਾਈਕ ਕਿ ਯਾਰ ਸਾਡੇ ਲਈ ਫਿਰ ਵੀ ਚਲੋ ਸਾਡੇ ਆਸੇ-ਪਾਸੇ ਬੰਦੇ ਹੈਗੇ, ਸਾਨੂੰ ਬਾਅਦ 'ਚ ਆ ਕੇ ਸ਼ਾਲ ਦੇ ਦਿੰਦੇ ਆ, ਕੁਛ ਵੀ ਆ, ਬਟ ਵਾਟ ਅਬਾਊਟ ਦੋਜ਼ ਫੈਮਲੀਜ਼ ਕਿਸੇ ਨੂੰ ਸ਼ੌਕ ਨਹੀਂ ਆ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਉੱਥੇ ਧਰਨੇ ਲਾਉਣ, ਬਹਿਣ ਸੜਕਾਂ 'ਤੇ, ਫਿਰ ਕਲੀਨਿੰਗ ਕਰ ਰਹੇ ਆ, ਲੰਗਰ ਵੀ ਲਾ ਰਹੇ ਆ, ਸੇਵਾ ਵੀ ਕਰ ਰਹੇ ਆ। ਸੋ ਇਟ ਇਜ਼ ਅ ਟਫ ਟਾਈਮ, ਬਟ ਆਈ ਰੀਅਲੀ ਹੋਪ ਕਿ ਵਨਸ ਐਂਡ ਫॉर ਆਲ ਕਿਸਾਨਾਂ ਨੂੰ ਇਹ ਜਸਟਿਸ ਮਿਲੇ। ਔਰ ਕਾਫੀ ਟਾਈਮ ਤੋਂ ਕਿਸਾਨਾਂ ਲਈ ਬਹੁਤ ਮੁਸ਼ਕਿਲ ਹਾਲਾਤ ਨੇ। ਆਪਾਂ ਹੁਣ ਤਾਂ ਚਲੋ ਇਹ ਹੱਕਾਂ ਦੀ ਗੱਲ ਬਿਲਸ ਦੀ ਆ, ਉਸ ਤੋਂ ਪਹਿਲਾਂ ਵੀ ਦੇयर वर ਸੋ ਮੈਨੀ ਫਾਰਮਰ ਸੁਸਾਈਡਸ, ਔਰ ਇਸ ਬਾਰੇ ਕਦੇ ਖੁੱਲ੍ਹ ਕੇ ਸਾਹਮਣੇ ਚੀਜ਼ਾਂ ਨਹੀਂ ਆਈਆਂ। ਤੇ ਮੈਂ ਇਹ ਚਾਹੂੰਗੀ ਕਿ ਸਰਕਾਰ, ਬਿਕਾਜ਼ ਵੀ ਆਰ ਐਨ ਐਗਰੀਕਲਚਰ ਕੰਟਰੀ, ਤੇ ਜੇ ਆਪਣੇ ਕਿਸਾਨ ਹੀ ਖੁਸ਼ ਨਹੀਂ ਆ, ਜੇ ਉਹ ਹੀ ਸੇਫ ਔਰ ਪ੍ਰੋਟੈਕਟਡ ਫੀਲ ਨਹੀਂ ਕਰਦੇ, ਤਾਂ ਫਿਰ ਕਾਦੀ ਕੰਟਰੀ ਦੀ ਤਰੱਕੀ ਜਾਂ ਆਪਾਂ ਕੀ ਗੱਲ ਕੀ ਡੈਮੋਕ੍ਰੇਸੀ ਹੋਈ। ਬਿਲਕੁਲ ਐਗਜ਼ੈਕਟਲੀ। ਸੋ ਆਈ ਰੀਅਲੀ ਹੋਪ, ਐਂਡ ਮੈਂ ਇਹ ਕਹੂੰਗੀ ਕਿ ਪ੍ਰੇਅਰਸ 'ਚ ਵੀ ਬਹੁਤ ਤਾਕਤ ਆ, ਆਪਣਾ ਅਰਦਾਸ ਕਰੀਏ, ਆਪਾਂ ਪ੍ਰੇਅਰ ਕਰੀਏ, ਔਰ ਈਵਨ ਆਪਣੇ ਹੱਕਾਂ ਲਈ ਖੜੇ ਹੋਈਏ ਇੱਕ ਦੂਜੇ ਦੇ ਨਾਲ, ਕਿਸਾਨਾਂ ਦੇ ਹੱਕਾਂ ਲਈ। ਐਂਡ ਆਈ ਹੋਪ ਕਿ ਇਹ ਚੀਜ਼ ਜਲਦੀ ਹੀ ਜੀ। ਆਖਰੀ ਸਵਾਲ ਇਹ ਹੈ ਕਿ ਓਬਵੀਅਸਲੀ ਜਦੋਂ ਤੁਸੀਂ ਪੜ੍ਹੇ ਲਿਖੇ ਹੋ, ਅੱਛੇ ਪੜ੍ਹੇ ਲਿਖੇ ਹੋ, ਅੱਛੇ ਮੁਕਾਮ 'ਤੇ ਹੋ, ਹੈ ਨਾ, ਤੁਸੀਂ ਇੰਨਾ ਕੁਝ ਸੋਚ ਰਹੇ ਹੋ, ਔਰ ਜਦੋਂ ਕੁਝ ਲੋਕ ਜੋ ਪੜ੍ਹੇ ਲਿਖੇ ਵੀ ਹੈ ਔਰ ਅੱਛਾ ਉਹਨਾਂ ਦਾ ਨਾਮ ਵੀ ਹੈ, ਜਦੋਂ ਬਹੁਤ ਨੈਗੇਟਿਵ ਚੀਜ਼ਾਂ ਬੋਲ ਰਹੇ ਇਸ ਪ੍ਰੋਟੈਸਟ ਦੇ ਲਈ, ਉਦੋਂ ਕਿੰਨਾ ਦਿਲ ਦੁਖਦਾ ਸੁਣਾ? ਆਫ ਕੋਰਸ ਦਿਲ ਦੁਖਦਾ ਆ, ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਤਾਂ ਫਿਰ ਵੀ ਜਿਹੜੇ ਨਹੀਂ ਬੋਲੇ, ਇਟਸ ਓਕੇ, ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਉਮੀਦ ਸੀਗੀ ਕਿ ਸਪੋਰਟ ਆਊਗਾ। ਔਰ ਚਲੋ ਲੋਕੀ ਅੱਜ ਕੱਲ੍ਹ ਕੋਵਿਡ ਦਾ ਟਾਈਮ ਚੱਲ ਰਿਹਾ, ਬਹੁਤ ਲੋਕੀ ਟਰੈਵਲ ਨਹੀਂ ਕਰ ਪਾਏ ਜਾਂ ਕੰਮ ਜੋ ਵੀ ਕਹਿ ਲਓ ਨਹੀਂ ਆ ਪਾਏ, ਬਟ ਐਟਲੀਸਟ ਜਿਸ ਵੀ ਲੈਵਲ ਤੇ ਖੜੇ ਹੋ ਕੇ ਸਪੋਰਟ ਕਰ ਸਕਦੇ ਆ ਕਰਦੇ, ਚਲੋ ਨਹੀਂ ਹੋਈ ਕਈਆਂ ਤੋਂ, ਲੇਕਿਨ ਐਟਲੀਸਟ ਨੈਗੇਟਿਵ ਨਾ ਬੋਲੋ,
ਕਿਸੇ ਨੂੰ ਇਹਨਾਂ ਕੋ ਕਿ ਤਬਕਾਊ ਆ ਜਾਂ ਲਾਈਕ ਸੋ ਮੈਨੀ ਥਿੰਗਸ ਜੋ ਕਿ ਬਹੁਤ ਹਰਟਫੁਲ ਆ। ਤੁਹਾਨੂੰ ਕੀ ਪਤਾ ਕਿ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਕੀ ਕਰਦੇ ਆ ਤੇ ਕਿੰਨੀ ਕੀਮਤ ਚੁਕਾ ਰਿਹਾ ਉੱਥੇ ਬੈਠ ਕੇ। ਤੇ ਬਹੁਤ ਸੌਖਾ ਹੈ ਕਹਿਣਾ, ਲੇਕਿਨ ਜਿਹਦੀ ਜ਼ਿੰਦਗੀ ਡਿਪੈਂਡ ਕਰਦੀ ਹੋਵੇ ਨਾ ਉਸ, ਅੱਜ ਤੁਹਾਨੂੰ ਕੋਈ ਕਵੇ ਕਿ ਤੁਹਾਡਾ ਸਾਰਾ ਕੁਝ ਜੋ ਐਗਜ਼ਿਸਟੈਂਸ ਆ ਤੁਹਾਡੀ, ਜਿੱਥੇ ਰੋਜ਼ਗਾਰ ਆ, ਕੰਮ ਆ, ਉਹਦਾ ਕੁਝ ਅਤਾ ਪਤਾ ਹੀ ਨਹੀਂ, ਚ ਕੋਈ ਸਿਕਿਉਰਿਟੀ ਨਹੀਂ, ਕੋਈ ਕੁਝ ਨਹੀਂ। ਤੁਸੀਂ ਆਪਣੀਆਂ ਫਿਲਮਾਂ ਆਪ ਹੀ ਪੈਸਾ ਲਾਓ, ਕਿਤੇ ਮਰਜ਼ੀ ਕਰ ਲਓ, ਯੂ نو ਦਿਸ ਮਤਲਬ ਜੇ ਇਦਾਂ ਦੀ ਗੱਲ ਆਊਗੀ ਤੁਹਾਨੂੰ ਆਪ ਪਤਾ ਚੱਲੂਗਾ ਕਿ ਕਿੱਦਾਂ ਦਾ ਫੀਲ ਹੁੰਦਾ। ਪੈਨਿਕ ਸਿਚੁਏਸ਼ਨ ਬਣ ਜੂਗੀ ਬਿਲਕੁਲ। ਤੇ ਮੈਨੂੰ ਇਹ ਲੱਗਦਾ ਕਿ ਆਈ ਡੋਨਟ ਅਪਰੀਸ਼ੀਏਟ ਕਿ ਜਿੱਦਾਂ ਕਿਹਾ ਗਿਆ, ਬਟ ਬਹੁਤ ਕਾਬਿਲੇ ਤਾਰੀਫ ਆ ਉਹ ਲੋਕ ਜਿਨ੍ਹਾਂ ਨੇ ਫਿਰ ਵੀ ਉਹਨਾਂ ਬਾਰੇ ਕੁਝ ਨਹੀਂ ਬੋਲਾ। ਉਹਨਾਂ ਨੂੰ ਇਹੀ ਕਿਹਾ ਕਿ ਰੱਬ ਉਹਨਾਂ ਦਾ ਭਲਾ ਕਰੇ। ਜੀ। ਐਂਡ ਆਈ ਆਲਸੋ ਸੇ ਰੱਬ ਉਹਨਾਂ ਦਾ ਭਲਾ ਕਰੇ। ਤੇ ਜੇ ਚੰਗਾ ਨਹੀਂ ਬੋਲ ਸਕਦੇ ਨਾ ਬੋਲੋ, ਚੁੱਪਚਾਪ ਰਹੋ, ਲੇਕਿਨ ਮਾੜਾ ਵੀ ਨਾ ਬੋਲੋ। ਸੋ ਜਾਂਦੇ ਆਂਦੇ ਸੋਨਮ ਆਪਣੇ ਸ਼ੋਅ ਦੇ ਲਈ, ਦਿਲ ਦੀਆਂ ਗੱਲਾਂ, ਉਹਦੇ ਲਈ ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਨੂੰ? ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਮੈਂ ਉਮੀਦ ਕਰਦੀ ਹਾਂ ਕਿ 2021 ਦੇ ਵਿੱਚ ਤੁਹਾਨੂੰ ਇੱਕ ਐਦਾਂ ਦਾ ਸ਼ੋਅ ਦੇਖਣ ਨੂੰ ਮਿਲੇ, ਦਿਲ ਦੀਆਂ ਗੱਲਾਂ, ਜੋ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕੋ ਔਰ ਆਪਣੇ ਸਟਾਰਸ, ਫੇਵਰਿਟ ਸਟਾਰਸ ਦੇ ਬਾਰੇ ਕੁਝ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਜਾਣਨ ਨੂੰ ਮਿਲਣ ਜੋ ਕਿ ਪਹਿਲਾਂ ਨਹੀਂ ਮਿਲੀਆਂ। ਐਂਡ ਆਈ ਹੋਪ ਕਿ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਯੂ ਵਿਲ ਹੈਵ ਅ ਗੁੱਡ ਟਾਈਮ ਔਨ ਸੈਟਰਡੇ ਐਂਡ ਸੰਡੇ। ਬਸ ਇਹ ਉਮੀਦ ਕਰਦੀ ਹਾਂ। ਔਰ ਹਜੇ ਤੱਕ ਤੁਸੀਂ ਬਹੁਤ ਪਿਆਰ ਦਿੱਤਾ ਫਿਲਮਾਂ ਨੂੰ, ਹਰ ਚੀਜ਼ ਨੂੰ ਜੋ ਮੈਂ ਕੀਤੀ ਆ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀ ਪਸੰਦ ਆਊਗਾ। ਤੁਸੀਂ ਇਹਨੂੰ ਵੀ ਪਿਆਰ ਤੇ ਸਪੋਰਟ ਕਰੋ। ਕਿੰਨੇ ਐਪੀਸੋਡਸ ਕਿੰਨੇ ਆਉਣ ਵਾਲੇ, ਕੁਝ ਹਜੇ ਇਹਦੇ ਬਾਰੇ ਡਿਸਕਲੋਜ਼ ਕਰਨਾ ਤੁਸੀਂ? ਐਗਜ਼ੈਕਟ ਇਨਫੋਰਮੇਸ਼ਨ ਨਹੀਂ ਆ, ਬਟ ਐਗਜ਼ੈਕਟ ਨੰਬਰ ਆਫ ਐਪੀਸੋਡਸ ਤੋਂ ਉਹ ਮੈਂ ਹਜੇ ਰਿਵੀਲ ਨਹੀਂ ਕਰੋਗੇ। ਬਿਲਕੁਲ ਠੀਕ ਹੈ। ਸੋ ਥੈਂਕ ਯੂ ਸੋ ਮਚ ਸੋਨਮ ਐਂਡ ਗੁੱਡ ਲੱਕ, ਕਿਉਂਕਿ ਇੱਕ ਨਵਾਂ ਵੈਂਚਰ ਹੀ ਹੈ ਤੁਹਾਡੇ ਲਈ। ਸੋ ਅਸੀਂ ਇਹੀ ਕਵਾਂਗੇ ਜਿਸ ਤਰ੍ਹਾਂ ਤੁਹਾਨੂੰ ਹੁਣ ਤੱਕ ਲੋਕ ਇੰਨਾ ਪਸੰਦ ਕਰਦੇ ਆਏ ਆ ਫਿਲਮਾਂ ਦੇ ਵਿੱਚ, ਆਬਵੀਅਸਲੀ ਇਸ ਸ਼ੋਅ ਦੇ ਵਿੱਚ ਵੀ ਜ਼ਰੂਰ ਉਹਨਾਂ ਪਸੰਦ ਕਰੋ। ਥੈਂਕ ਯੂ ਸੋ ਮਚ। ਥੈਂਕ ਯੂ ਐਂਡ ਹੈਪੀ ਨਿਊ ਈਅਰ ਟੂ ਆਲ ਆਫ ਯੂ। ਮੈਂ ਉਮੀਦ ਕਰਦੀ ਹਾਂ ਕਿ 2021 ਤੁਹਾਡੇ ਸਾਰੇ ਪਰਿਵਾਰ ਦੇ ਲਈ ਬਹੁਤ 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 ਚੰਗਾ ਹੋਵੇ। ਜੀ ਥੈਂਕ ਯੂ ਸੋ ਮਚ ਸੋਨਮ। ਸੋ ਇਸ ਇਨਸਾਨ ਸੋਨਮ ਬਾਜਵਾ ਔਰ ਇਹਨਾਂ ਦਾ ਸ਼ੋਅ ਜਿਹੜਾ ਹੈ ਜਲਦ ਹੀ ਆਵੇਗਾ, ਉਹ ਵੀ 2021 ਦੇ ਵਿੱਚ, ਦਿਲ ਦੀਆਂ ਗੱਲਾਂ। ਸੋ ਉਸ ਨੂੰ ਤੁਸੀਂ ਦੇਖਣਾ ਬਿਲਕੁਲ ਨਹੀਂ ਭੁੱਲਣਾ ਜ਼ੀ ਪੰਜਾਬੀ ਤੇ। ਥੈਂਕ ਯੂ ਸੋ ਮਚ ਸੋਨਮ। ਥੈਂਕ ਯੂ।